ਹੁਣ ਇੱਕ ਮਾਈ ਦਾ ਲੜਕਾ ਰਾਜੀ ਕਰਨਾ ਸਤਿਗੁਰੂ ਜੀ ਨੇ ਤੀਜਾ ਭਾਗ ਆ ਸਾਧ ਸੰਗਤ। ਇੱਕ ਦਿਨ ਸਤਿਗੁਰੂ ਜੀ ਦਰਬਾਰ ਵਿੱਚ ਬਿਰਾਜੇ ਹੋਏ ਸਨ ਕਿ ਇੱਕ ਬਿਰਧ ਮਾਤਾ ਰੋਂਦੀ ਹੋਈ ਆਈ। ਉਸਦੇ ਵਾਲ ਖਿਲਰੇ ਹੋਏ ਸਨ। ਉਹ ਬਹੁਤ ਹੀ ਮੰਦੀ ਦਸ਼ਾ ਵਿੱਚ ਸੀ। ਹੁਣ ਸਤਿਗੁਰਾਂ ਨੇ ਉਸ ਨੂੰ ਦੂਰੋਂ ਵੇਖਿਆ, ਸੇਵਾਦਾਰ ਨੂੰ ਭੇਜ ਕੇ ਕੋਲ ਸੱਦਿਆ। ਉਸ ਲੜਕੇ ਨੂੰ ਕੋਲ ਆ ਕੇ ਉਸ ਮਾਈ ਨੇ ਸਤਿਗੁਰੂ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ। ਮੱਥਾ ਟੇਕ ਕੇ ਹੱਥ ਜੋੜ ਕੇ ਖਲੋ ਗਈ। ਕਹਿਣ ਲੱਗੀ, ਮਹਾਰਾਜ ਦੱਸੋ। ਉਹ ਅਜੇ ਕੁਝ ਆਖਣਾ ਹੀ ਚਾਹੁੰਦੀ ਸੀ ਕਿ ਸਤਿਗੁਰੂ ਜੀ ਨੇ ਬਚਨ ਕੀਤਾ, ਮਾਤਾ ਜੀ ਆਪ ਕਿਉਂ ਰੋਂਦੇ ਹੋ, ਕੀ ਕਾਰਨ ਹੈ? ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਨਹੀਂ ਰੋਂਦਾ। ਇੱਥੋਂ ਤਾਂ ਸਾਰੇ ਦੁੱਖ ਦੂਰ ਹੁੰਦੇ ਹਨ। ਕੀ ਵੇਦਨਾ ਹੈ ਆਪ ਨੂੰ? ਮਾਈ ਕਹਿਣ ਲੱਗੀ, ਹੇ ਮਹਾਰਾਜ, ਹੇ ਦਤਾਰ, ਦੀਨ ਦਿਆਲ, ਮੈਂ ਬਹੁਤ ਦੁਖੀ ਹਾਂ। ਮੇਰੇ ਦੁੱਖਾਂ ਦੀ ਹਾਥ ਨਹੀਂ ਆਉਂਦੀ। ਮੇਰੇ 'ਤੇ ਮਿਹਰ ਕਰੋ, ਮੇਰੇ ਦੁੱਖ ਦੂਰ ਕਰੋ। ਮਾਈ ਭੁੱਬਾਂ ਮਾਰਦੀ ਹੋਈ ਬੋਲੀ, ਇਹੋ ਤਾਂ ਅਸੀਂ ਪੁੱਛ ਰਹੇ ਹਾਂ ਕਿ ਜੋ ਦੁੱਖ ਹੈ ਉਸ ਦਾ ਬਿਆਨ ਕਰੋ। ਮਾਤਾ ਦੱਸੋ। ਸਤਿਗੁਰੂ ਜੀ ਨੇ ਮੁੜ ਕੇ ਫਿਰ ਬਚਨ ਕੀਤਾ, ਮਹਾਰਾਜ ਤੁਸੀਂ ਦੱਸੋ ਤਾਂ ਹੀ ਤਾਂ ਅਸੀਂ ਤੁਹਾਨੂੰ ਪੁੱਛ ਰਹੇ ਹਾਂ। ਹੁਣ ਮਾਤਾ ਕਹਿੰਦੀ, ਮੇਰੇ ਦੁੱਖਾਂ ਦੀ ਕਹਾਣੀ ਨਿਰਾਲੀ ਹੈ। ਮੈਂ ਇੱਕ ਵਿਧਵਾ ਹਾਂ, ਇੱਕ ਮੇਰਾ ਜਵਾਨ ਪੁੱਤਰ ਪ੍ਰਤਾਪਾ ਹੈ। ਮੈਂ ਵਿਧਵਾ ਕਿਵੇਂ ਹੋਈ, ਇਹ ਵੀ ਇੱਕ ਕਥਾ ਹੈ। ਮੈਂ ਉਹ ਕਥਾ ਸੁਣਾਉਣਾ ਚਾਹੁੰਦੀ ਹਾਂ ਤਾਂ ਕਿ ਮੇਰਾ ਦਿਲ ਹੌਲਾ ਹੋਵੇ ਅਤੇ ਮੇਰੇ ਦੁੱਖਾਂ ਦਾ ਅੰਤ ਹੋ ਜਾਵੇ। ਮਹਾਰਾਜ ਕਹਿੰਦੇ, ਮਾਈ ਜੀ ਸੁਣਾਓ, ਆਪਣੇ ਦੁੱਖਾਂ ਦੀ ਕਥਾ ਸੁਣਾਓ, ਜ਼ਰੂਰ ਅਸੀਂ ਸੁਣਨਾ ਚਾਹੁੰਦੇ ਹਾਂ। ਹੁਣ ਜਗਤ ਜੀਵਾਂ ਦੇ ਦੁੱਖਾਂ ਦੀਆਂ ਕਥਾਵਾਂ ਸੁਣਨ ਵਾਸਤੇ ਹੀ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਇਹ ਤਖਤ ਸਦਾ ਸੇਵਾ ਕਰਦਾ ਹੈ, ਦੁਖੀਆਂ ਦੀ ਸੇਵਾ ਤੇ ਸਹਾਇਤਾ ਕਰਦਾ ਹੈ। ਸਤਿਗੁਰੂ ਜੀ ਦਾ ਬਚਨ ਸੀ। ਮਹਾਰਾਜ ਮਾਈ ਬੋਲੀ, ਕਹਿੰਦੀ ਮੇਰਾ ਪਤੀ ਸੀ ਤੇ 2 ਪੁੱਤਰ ਸਨ। ਪਹਿਲਾਂ ਮੇਰਾ ਪਤੀ ਯੁੱਧ ਵਿੱਚ ਸ਼ਹੀਦ ਹੋਇਆ। ਉਸ ਵੇਲੇ ਮੈਂ ਘਾਬਰੀ ਨਹੀਂ, ਸਗੋਂ ਖੁਸ਼ ਚਿੱਤ ਰਹੀ। ਉਸ ਦੇ ਪਿੱਛੋਂ ਮੇਰਾ ਵੱਡਾ ਪੁੱਤਰ ਸ਼ਹੀਦ ਹੋਇਆ, ਉਹ ਵੀ ਆਪ ਦੇ ਯੁੱਧ ਵਿੱਚ। ਜਦੋਂ ਰਾਜਿਆਂ ਤੇ ਤੁਰਕਾਂ ਦੀ ਫੌਜ ਨਾਲ ਯੁੱਧ ਹੋਏ ਸਨ, ਉਸ ਤੋਂ ਛੋਟਾ ਵਿਚਕਾਰਲਾ ਉਹ ਵੀ ਸ਼ਹੀਦ ਹੋ ਗਿਆ। ਸ਼ਹੀਦ ਤੁਰਕਾਂ ਨਾਲ ਯੁੱਧ ਕਰਦਾ ਹੋਇਆ ਸੀ। 2 ਪੁੱਤਰ ਤੇ ਇੱਕ ਪਤੀ ਯੁੱਧ ਵਿੱਚ ਸ਼ਹੀਦ ਕਰਵਾ ਕੇ ਮੈਂ ਬਹੁਤ ਖੁਸ਼ ਹੋਈ, ਕਿਉਂਕਿ ਸਿੰਘ ਦਾ ਜੀਵਨ ਹੀ ਧਰਮ ਯੁੱਧ ਵਾਸਤੇ ਹੈ। ਪਰ ਅੱਜ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੇਰਾ ਇੱਕ ਪੁੱਤਰ ਤੀਸਰਾ ਹੈ, ਉਹ ਅਜੇ ਕੁਝ ਹੌਲਾ ਹੈ। ਮੇਰੀ ਇੱਛਾ ਹੈ ਕਿ ਉਹ ਵੀ ਧਰਮ ਯੁੱਧ ਵਿੱਚ ਹੀ ਸ਼ਹੀਦ ਹੋਵੇ, ਉਹ ਕਿਸੇ ਬਿਮਾਰੀ ਨਾਲ ਨਾ ਮਰੇ। ਪਰ ਹੁਣ ਉਹ ਪਿਛਲੇ 10 ਦਿਨਾਂ ਤੋਂ ਤਾਪ ਨਾਲ ਮੰਜੇ 'ਤੇ ਪਿਆ ਹੈ। ਉਹਦਾ ਹੁਲੀਆ ਬਦਲਦਾ ਜਾਂਦਾ ਹੈ। ਮੈਨੂੰ ਚਿੰਤਾ ਹੈ ਕਿ ਕਿਤੇ ਉਹ ਚਲਾਣਾ ਨਾ ਕਰ ਜਾਵੇ, ਇਸ ਤਰ੍ਹਾਂ ਉਸ ਦਾ ਜੀਵਨ ਬੇਅਰਥ ਜਾਵੇਗਾ। ਮੇਰੇ ਪੁੱਤਰ ਦੀ ਵੀ ਇਹੋ ਇੱਛਾ ਹੈ ਕਿ ਉਹ ਇਸ ਤਰ੍ਹਾਂ ਬਿਨਾਂ ਕਾਰਨ ਨਾ ਮਰੇ, ਸਗੋਂ ਧਰਮ ਯੁੱਧ ਵਿੱਚ ਸ਼ਹੀਦ ਹੋਵੇ। ਪਰ ਮੇਰੇ ਪੁੱਤਰ ਤੋਂ ਮੇਰੀ ਸੱਧਰ ਪੂਰੀ ਨਹੀਂ ਹੁੰਦੀ ਦਿਸ ਰਹੀ। ਮੈਂ ਬਹੁਤ ਦੁਖੀ ਹਾਂ, ਮੇਰਾ ਪੁੱਤਰ ਰੋਗ ਤੋਂ ਅਰੋਗ ਹੋ ਜਾਵੇ।
ਜਦੋਂ ਵੀ ਵੇਲਾ ਆਵੇ ਤਦੋਂ ਹੀ ਧਰਮ ਯੁੱਧ ਵਿੱਚ ਸ਼ਹੀਦ ਹੋਵੇ। ਮੇਰੇ ਪਰ ਮਿਹਰ ਕਰੋ, ਮੇਰੇ ਤੇ ਦਇਆ ਕਰੋ ਮੇਰੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਮਾਤਾ ਦੀ ਇਹ ਨਿਰਾਲੀ ਅਰਦਾਸ ਸੁਣ ਕੇ ਸੰਗਤ ਤਾਂ ਬਹੁਤ ਹੈਰਾਨ ਹੋਈ ਤੇ ਸਤਿਗੁਰੂ ਜੀ ਪ੍ਰਸੰਨਤਾ ਦੇ ਨਾਲ ਮੁਸਕਰਾਉਂਦੇ ਹੋਏ ਵੀ ਸਹਿਬ ਅੰਤਰ ਧਿਆਨ ਹੋ ਗਏ। ਆਪਣੀ ਬ੍ਰਹਮ ਸ਼ਕਤੀ ਨਾਲ ਮਾਈ ਦੇ ਬੱਚੇ ਨੂੰ ਦੇਖਿਆ ਅਤੇ ਉਸ ਨੂੰ ਰਾਜੀ ਕਰ ਦਿੱਤਾ। ਜਦੋਂ ਬੱਚਾ ਮੰਜੀ ਤੇ ਬੈਠ ਗਿਆ ਤਾਂ ਸਤਿਗੁਰਾਂ ਨੇ ਸਮਾਧੀ ਖੋਲ੍ਹੀ ਤੇ ਮਾਈ ਨੂੰ ਕਿਹਾ, ਹੇ ਮਾਤਾ, ਜਾ ਘਰ ਨੂੰ, ਤੇਰੀ ਅਰਦਾਸ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਪੂਰੀ ਹੋਈ, ਹੋ ਗਈ ਪ੍ਰਵਾਨ। ਜਾ ਮਾਤਾ, ਤੇਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਚਿੰਤਾ ਨਾ ਕਰ, ਜਾ ਘਰ, ਤੇਰਾ ਬੱਚਾ ਤੈਨੂੰ ਲੱਭ ਰਿਹਾ ਹੈ। ਉਸ ਨੂੰ ਇੱਛਾ ਹੈ ਕਿ ਉਹ ਤੇਰੇ ਹੱਥੋਂ ਸੀਤਲ ਜਲ ਪੀਵੇ। ਸਤਿਗੁਰੂ ਦੇ ਚਰਨਾਂ ਉੱਪਰ ਮਾਈ ਨੂੰ ਭਰੋਸਾ ਸੀ। ਉਹ ਉਸੇ ਵੇਲੇ ਉੱਠ ਕੇ ਘਰ ਨੂੰ ਨੱਠ ਉੱਠੀ। ਘਰ ਜਾ ਕੇ ਉਸਨੇ ਦੇਖਿਆ ਕਿ ਉਸਦੇ ਪੁੱਤਰ ਦਾ ਤਾਪ ਟੁੱਟ ਚੁੱਕਿਆ ਸੀ ਤੇ ਉਹ ਰੋਗ ਗੱਭਰੂਆਂ ਵਾਂਗ ਮੰਜੇ ਉੱਪਰ ਬੈਠਾ ਸੀ। ਉਸਨੇ ਹੱਸ ਕੇ ਪੁੱਛਿਆ, ਮਾਂ, ਤੂੰ ਕਿੱਥੇ ਗਈ ਸੀ? ਮੈਂ ਤੈਨੂੰ ਕਦੋਂ ਦਾ ਲੱਭ ਰਿਹਾ ਹਾਂ। ਸਤਿਗੁਰੂ ਜੀ ਆਏ ਸੀ ਆਪਣੇ ਘਰੇ, ਵਾਹਿਗੁਰੂ, ਪਰ ਉਹ ਚਲੇ ਗਏ, ਤੂੰ ਘਰ ਨਹੀਂ ਸੀ ਅਤੇ ਮੈਂ ਉਹਨਾਂ ਦੀ ਸੇਵਾ ਨਹੀਂ ਕਰ ਸਕਿਆ। ਉਹ ਮੈਨੂੰ ਪਿਆਰ ਦੇ ਕੇ ਤੁਰ ਗਏ। ਮਾਂ ਸਤਿਗੁਰੂ ਨੇ ਜਿਉਂ ਹੀ ਮੇਰੇ ਸਿਰ ਉੱਪਰ ਹੱਥ ਰੱਖਿਆ ਤਿਉਂ ਹੀ ਮੇਰਾ ਤਾਪ ਟੁੱਟ ਗਿਆ। ਮਾਈ ਆਪਣੇ ਪੁੱਤਰ ਦੀ ਜ਼ਬਾਨੋਂ ਇਹ ਕੌਤਕ ਸੁਣ ਕੇ ਬਹੁਤ ਹੈਰਾਨ ਹੋਈ, ਪਰ ਉਸ ਨੂੰ ਸਮਝ ਆ ਗਈ ਕਿ ਇਹ ਸਤਿਗੁਰਾਂ ਦੀ ਮਾਇਆ ਹੈ, ਜਿਸ ਦਾ ਮਨੁੱਖ ਨੂੰ ਗਿਆਨ ਨਹੀਂ ਹੋ ਸਕਦਾ। ਉਸਨੇ ਉਸੇ ਵੇਲੇ ਸਤਿਗੁਰੂ ਜੀ ਦਾ ਧੰਨਵਾਦ ਕੀਤਾ। ਕਈ ਦਿਨ ਸਤਿਗੁਰਾਂ ਦਾ ਜਸ ਗਾਉਂਦੀ ਰਹੀ। ਉਸ ਮਾਈ ਦਾ ਪੁੱਤਰ ਰਾਜਯੁਗ ਅਤੇ ਅਨੰਦਪੁਰ ਦੇ ਛੱਡਣ ਸਮੇਂ ਸਰਸਾ ਨਦੀ ਕਿਨਾਰੇ ਸਾਹਿਬਜ਼ਾਦਿਆਂ ਦੀ ਰਾਖੀ ਕਰਦਾ ਹੋਇਆ ਸ਼ਹੀਦ ਹੋਇਆ। ਧੰਨ ਸਿੱਖੀ ਦੇ ਧੰਨ ਸਤਿਗੁਰੂ ਜੀ ਦੇ ਸਿੱਖ। ਹੁਣ ਸਾਧ ਸੰਗਤ ਇਸ ਤਰ੍ਹਾਂ ਸਤਿਗੁਰੂ ਅਨੇਕਾਂ ਕੌਤਕ ਕਰੇ। ਜਦੋਂ ਮਾਤਾ ਜੀ ਆਪਦੀ ਕਥਾ ਸੁਣਾਈ ਜਾਂਦੀ ਸੀ ਨਾ, ਸਤਿਗੁਰੂ ਜੀ ਅੰਤਰ ਧਿਆਨ ਹੋ ਕੇ ਉਹ ਮਾਈ ਦੇ ਘਰੇ ਪੁੱਜ ਕੇ ਦੇਹ ਪਲਟਾ ਕੇ ਤੇ ਉਸ ਬੱਚੇ ਦੇ ਸਿਰ ਤੇ ਹੱਥ ਫੇਰਿਆ ਤੇ ਉਹਨੂੰ ਠੀਕ ਕਰਿਆ। ਕਿਉਂਕਿ ਕਿਰਪਾ ਦ੍ਰਿਸ਼ਟੀ ਜਿਹੜੀ ਹੁੰਦੀ ਆ ਸਾਧ ਸੰਗਤ, ਇੱਕ ਛਿਨ ਦੇ ਵਿੱਚ ਅਰਬਾਂ ਕਰੋੜਾਂ ਮੀਲਾਂ ਦੂਰ ਚਲੀ ਜਾਂਦੀ ਹੈ। ਹੁਣ ਸਿੱਖਾਂ ਦੇ ਹੁਕਮ ਨੂੰ ਫਿਰ ਮੰਨਣ ਦੀ ਕਥਾ ਹੈ। ਸਤਿਗੁਰੂ ਜੀ ਉਸ ਦਿਨ ਰਵਾਲਸਰ ਹੀ ਸਨ ਕਿ ਇੱਕ ਸਿੱਖ ਸੁੰਦਰ ਬੰਦੂਕ ਤਿਆਰ ਕਰਕੇ ਲਿਆਇਆ ਤੇ ਉਸਨੇ ਉਹ ਬੰਦੂਕ ਗੁਰੂ ਜੀ ਦੀ ਭੇਟਾ ਕੀਤੀ। ਉਸ ਸਮੇਂ ਗੁਰੂ ਜੀ ਦੇ ਪਾਸ ਕੁਝ ਪਹਾੜੀ ਰਾਜੇ ਤੇ ਚੋਖੀ ਸੰਗਤ ਬੈਠੀ ਸੀ। ਉਸ ਬੰਦੂਕ ਨੂੰ ਹੱਥ ਵਿੱਚ ਲੈ ਕੇ ਸਤਿਗੁਰਾਂ ਨੇ ਇੱਕ ਕੌਤਕ ਕੀਤਾ। ਉਹਨਾਂ ਨੇ ਬਚਨ ਕੀਤਾ ਕਿ ਇਸ ਬੰਦੂਕ ਦੀ ਪ੍ਰੀਖਿਆ ਕੀਤੀ ਜਾਵੇ। ਲਿਆਓ, ਇੱਕ ਸਿੱਖ ਦੀ ਲੋੜ ਹੈ ਜਿਹੜਾ ਇਸਦੀ ਗੋਲੀ ਦਾ ਨਿਸ਼ਾਨਾ ਬਣੇ। ਕੀ ਕੋਈ ਤਿਆਰ ਹੈ? ਹਲੇ ਸਤਿਗੁਰੂ ਦਾ ਮੂੰਹ 'ਚੋਂ ਬੋਲ ਹੀ ਕੱਢੇ ਸੀ, ਕਹਿੰਦੇ ਤਿਆਰ ਹੈ। ਸ਼ਬਦ ਅਜੇ ਸਤਿਗੁਰੂ ਦੇ ਬੁੱਲ੍ਹਾਂ ਉੱਤੇ ਹੀ ਸੀ ਕਿ 8-10 ਸਿੰਘ ਉੱਠ ਕੇ ਤਿਆਰ ਹੋ ਪਏ। ਉਹਨਾਂ ਦਾ ਆਪੋ ਵਿੱਚ ਦੀ ਝਗੜਾ ਹੋ ਗਿਆ। ਪਿਓ ਆਖੇ ਕਿ ਉਸਨੇ ਪਹਿਲਾਂ ਸਤਿਗੁਰੂ ਦਾ ਹੁਕਮ ਸੁਣਿਆ ਤੇ ਇਸ਼ਾਰਾ ਦੇਖਿਆ। ਪੁੱਤਰ ਆਖੇ ਨਹੀਂ, ਉਸਨੇ ਪਹਿਲਾਂ ਹੁਕਮ ਸਰਵਣ ਕੀਤਾ ਹੈ।
ਉਸ ਦੀ ਵਾਰੀ ਹੈ, ਉਹੀ ਗੋਲੀ ਦਾ ਨਿਸ਼ਾਨਾ ਬਣੇਗਾ। ਪਰ ਦੂਸਰੇ ਪਾਸੇ ਪਿਓ ਮਰਨ ਵਾਸਤੇ ਕਾਹਲਾ ਸੀ। ਪਿਓ ਪੁੱਤਰਾਂ ਤੋਂ ਬਿਨਾਂ ਹੋਰ ਸਿੱਖ ਬਹੁਤੇ ਕਾਹਲੇ ਸਨ। ਉਹ ਵੀ ਚਾਹੁੰਦੀ ਸੀ ਕਿ ਸੱਤ ਉਹਨਾਂ ਦੀ ਗੋਲੀ ਦਾ ਨਿਸ਼ਾਨਾ ਬਣ ਕੇ ਉਹ ਆਪਣਾ ਜੀਵਨ ਸਫਲਾ ਕਰਨ। ਇਸ ਤਰ੍ਹਾਂ ਸਿੰਘਾਂ ਦੀ ਭੀੜ ਲੱਗ ਗਈ ਤੇ ਇੱਕ ਤਕੜੀ ਕਤਾਰ ਬਣ ਗਈ। ਦਰਸ਼ਕ ਬਹੁਤ ਹੈਰਾਨ ਸਨ। ਉਹ ਸੋਚਦੇ ਸਿੰਘਾਂ ਦਾ ਸਤਿਗੁਰੂ ਜੀ ਨਾਲ ਕਿੰਨਾ ਪਿਆਰ ਹੈ। ਐਸੇ ਪ੍ਰੇਮੀ ਤੇ ਸ਼ਰਧਾਲੂ ਸਿੱਖਾਂ ਦੇ ਹੁੰਦਿਆਂ ਹੋਇਆਂ ਕੋਈ ਐਸਾ ਸਤਿਗੁਰੂ ਜੀ ਨੂੰ ਨਹੀਂ ਜਿੱਤ ਸਕਦਾ। ਜਿਹੜੇ ਬਿਨਾਂ ਕਾਰਨ ਮਰਨਾ ਚਾਹੁੰਦੇ ਹਨ, ਉਹ ਕਿਸੇ ਕਾਰਨ ਵਾਸਤੇ ਕਦੋਂ ਮਰਨ ਪਿੱਛੋਂ ਹਟਦੇ ਹਨ। ਜਿਸ ਮਹਾਬਲੀ ਕੋਲ ਐਸੇ ਸਰਲੱਤ ਸੂਰਮਿਆਂ ਦੀ ਸੈਨਾ ਹੋਵੇ, ਉਹ ਜ਼ਰੂਰ ਚੱਕਰਵਰਤੀ ਬਾਦਸ਼ਾਹ ਬਣਦਾ ਹੈ। ਪਹਾੜੀ ਰਾਜੇ ਨੇ ਤਾਂ ਉਂਗਲਾਂ ਮੁੱਖ ਵਿੱਚ ਪਾ ਲਈਆਂ ਤੇ ਝਮਕ ਅੱਖਾਂ ਨਾਲ ਬਿੱਟ ਬਿੱਟ ਤੱਕਦੇ ਰਹੇ। ਆਖਰ ਇਮਤਿਹਾਨ ਦਾ ਵੇਲਾ ਆ ਪੁੱਜਾ। ਗੁਰੂ ਜੀ ਨੇ ਨਿਸ਼ਾਨਾ ਲਿਆ, ਬੰਦੂਕ ਦਾ ਘੋੜਾ ਨੱਪਿਆ, ਪਰ ਗੋਲੀ ਉੱਪਰੋਂ ਦੀ ਕੱਢ ਦਿੱਤੀ। ਕਿਸੇ ਮਨੁੱਖ ਦਾ ਨੁਕਸਾਨ ਨਾ ਕੀਤਾ। ਇਹ ਕੌਤਕ ਦੇਖ ਕੇ ਸਾਰੇ ਹੈਰਾਨ ਹੋਏ। ਸਤਿਗੁਰੂ ਨੇ ਸਾਰੇ ਸਿੰਘਾਂ ਨੂੰ ਵਰ ਦਿੱਤੇ, ਆਖਿਆ ਕਦੀ ਅਸਾਂ ਦੇ ਸੁਪਨੇ ਪੂਰਨ ਜ਼ਰੂਰ ਹੋਣਗੇ। ਸਾਨੂੰ ਇਹੋ ਜਿਹੇ ਸੂਰਮਿਆਂ ਦੀ ਬਹੁਤ ਲੋੜ ਆ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਉਸ ਮੇਲੇ ਤੋਂ ਰਵਾਨਗੀ ਕਰ ਲਈ, ਅਨੰਦਪੁਰ ਨੂੰ ਆਉਣਾ ਸ਼ੁਰੂ ਕਰ ਦਿੱਤਾ। ਇਹ ਸੀ ਅੱਜ ਦੀ ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁਧ ਬੁੱਧ ਚਾਓ ਭਾਓ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।